ਅੱਜ ਸਮਝ ਆਉਂਦੀ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ 5-4 ਦਿਨਾਂ ਨੂੰ ਬਾਹਰ ਨੂੰ ਤੁਰਨ ਫਿਰਨ ਵਾਸਤੇ ਕਾਹਤੋਂ ਚਲੇ ਗਏ। ਇਹ ਰੈਲੀਆਂ ਕਰਦੇ ਹੁੰਦੇ ਸੀ, ਜਦੋਂ ਤੀਜੇ ਮੋਰਚੇ ਦੇ ਵਿੱਚ ਹੁੰਦੇ ਸੀ ਤਾਂ ਕਈ ਵਾਰ 5-5 ਹੈਲੀਕਾਪਟਰ ਵੀ ਇਸ ਦਾਣਾ ਮੰਡੀ 'ਚ ਖੜੇ ਦੇਖੇ ਗਏ। ਅਕਾਲੀ ਦਲ ਬਾਰੇ ਗੱਲਾਂ ਹੋਈਆਂ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਗੱਲ ਕਹੀ ਸੀ ਕਿ ਜੇ ਕੋਈ ਬੰਦਾ ਸੁਧਾਰ ਦੀ ਗੱਲ ਕਰਦਾ, ਆਪਣੀ ਰਾਏ ਦਿੰਦਾ, ਉਹਨੂੰ ਬਾਗੀ ਨਾ ਸਮਝਿਆ ਜਾਵੇ। ਧੂੰਦਾ ਸਾਹਿਬ ਇਸ ਵੇਲੇ ਬਹੁਤ ਕਸੂਤੀ ਸਥਿਤੀ ਦੇ ਵਿੱਚ ਫਸ ਗਏ ਨੇ। ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਢਾਂਚਾ ਸਾਰਾ ਭੰਗ ਹੋਵੇ ਤੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਕਹਿੰਦਾ ਜੋ ਕਰਨਾ ਕਰ ਲਓ, ਮੈਂ ਪ੍ਰਧਾਨ ਹਾਂ। ਮਨੀਸ਼ ਸਿਸੋਦੀਆ ਇਹ ਗੱਲ ਕਹਿੰਦੇ ਨੇ ਕਿ ਮੇਰੇ ਬੈੱਡਾਂ ਤੱਕ ਚੱਕ ਕੇ ਫਰੋਲੇ ਗਏ ਤੇ ਲੱਭਿਆ ਕੀ ਇਹਨਾਂ ਨੂੰ, ਜਿਹੜਾ ਕੁਝ ਮੇਰੇ ਲੈਪਟਾਪ 'ਚ ਸੀ ਉਹਨੂੰ ਜਨਤਕ ਕਰਨਾ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਾਂ ਦੋਸ਼ ਲਾਤਾ ਸਿੱਧਾ ਕਿ 500 ਕਰੋੜ ਦੀ ਹੇਰਾਫੇਰੀ ਹੋਈ ਹੈ। ਮੇਰਾ ਖਿਆਲ CBI ਨਾਲੋਂ ਸਰਦਾਰ ਬਾਦਲ ਦੀ ਜਾਂਚ ਏਜੰਸੀ ਜ਼ਿਆਦਾ ਮਜ਼ਬੂਤ ਹੈ, ਜਿਹਨੂੰ ਅੰਕੜੇ ਵੀ ਪਤਾ ਲੱਗ ਗਏ ਨੇ। NV ਰਮੰਨਾ ਸਾਹਿਬ ਵਰਗੀਆਂ ਸ਼ਖਸੀਅਤਾਂ ਬਹੁਤ ਬਿਰਲਿਆਂ ਥਾਵਾਂ ਤੋਂ ਹੀ ਲੱਭਦੀਆਂ ਨੇ। ਜਿਹੜਾ ਬਠਿੰਡੇ ਦਾ ਉਸ ਵੇਲੇ ਦਾ SSP ਸੀ ਹਰਮਨਦੀਪ ਹੰਸ, ਉਹ ਸਿੱਧੇ ਰੂਪ ਵਿੱਚ ਜ਼ਿੰਮੇਵਾਰ ਹੈ, ਕਿਉਂਕਿ 2 ਘੰਟੇ ਪਹਿਲਾਂ ਉਹਨੂੰ ਦੱਸ ਦਿੱਤਾ ਗਿਆ ਸੀ ਕਿ ਪ੍ਰਧਾਨ ਮੰਤਰੀ ਸਾਹਿਬ ਚੌਪਰ ਨਹੀਂ, ਸੜਕੀ ਰਸਤੇ ਹੀ ਜਾਣਗੇ। ਕਿਸੇ ਦੇ ਉੱਤੇ ਜਦੋਂ ਇਹ ਲੱਗ ਜਾਵੇ ਕਿ ਇਹ ਬੰਦਾ ਨਿਪੁੰਨ ਨਹੀਂ ਹੈ ਤੇ ਸਾਰੀ ਉਮਰ ਦਾ ਕਲੰਕ ਲੱਗ ਜਾਂਦਾ। ਜਦੋਂ ਗਾਹਾਂ ਨੂੰ ਉਹਨੂੰ ਕਿਸੇ ਅਹਿਮ ਅਹੁਦੇ ਤੇ ਤਾਇਨਾਤ ਕਰਨਾ ਤੇ 15 ਵਾਰੀ ਸੋਚਿਆ ਜਾਊਗਾ ਕਿ ਇਹ ਉਹ ਬੰਦਾ ਜਿਹਦੇ ਕਰਕੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਦਸਤੇ ਦੇ ਵਿੱਚ ਸਮੱਸਿਆ ਆਈ। ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੇ ਖਾਸੇ ਚੰਗੇ ਸੋਲੇ ਗਏ। ਉਸੇ ਦਿਨ ਦਿੱਲੀ ਦੇ ਮੁੱਖ ਮੰਤਰੀ ਇਲਜ਼ਾਮ ਲਾ ਰਹੇ ਸੀ ਭਾਰਤੀ ਜਨਤਾ ਪਾਰਟੀ ਤੇ ਕਿ 20 ਕਰੋੜ ਦੇ ਵਿੱਚ ਸਾਡੇ ਵਿਧਾਇਕ ਖਰੀਦੇ ਜਾ ਰਹੇ ਨੇ। ਉਹਨਾਂ ਨੇ ਕਈ ਉਹਨਾਂ ਨੇ ਮੰਗਾਂ ਵੀ ਕਹੀਆਂ, ਉਹ ਮੰਚ ਤੋਂ ਤਾਂ ਕਿਸੇ ਮੰਗ ਦਾ ਉਹਨਾਂ ਨੇ ਜ਼ਿਕਰ ਨਹੀਂ ਕੀਤਾ। ਇਹ ਜਿਹੜਾ ਖੋਜ ਕੇਂਦਰ 300 ਬਿਸਤਰਿਆਂ ਦਾ ਅਧਿਕ ਵਾਲਾ ਹੈ ਪ੍ਰਧਾਨ ਮੰਤਰੀ ਸਾਹਿਬ ਵੱਲੋਂ ਦੇਣਾ, ਇਹਦੇ ਤੇ ਕਈਆਂ ਨੇ ਰਾਜਨੀਤੀ ਵੀ ਕੀਤੀ ਹੈ। ਸਰਦਾਰ ਸੁਖਬੀਰ ਸਿੰਘ ਕਹਿੰਦੇ ਕਿ ਸਾਡਾ ਰਾਜ ਸੀ ਉਦੋਂ ਜਦੋਂ ਇਹਦਾ ਨੀਂਹ ਪੱਥਰ ਰੱਖਿਆ ਗਿਆ ਸੀਗਾ। ਡਾਕਟਰ ਮਨਮੋਹਨ ਸਿੰਘ ਉਸ ਵੇਲੇ ਦੇ ਪ੍ਰਧਾਨ ਮੰਤਰੀ ਇਹਦਾ ਨੀਂਹ ਪੱਥਰ ਰੱਖਣ ਆਏ ਸੀ। ਕੋਈ ਵੀ ਮੁੱਖ ਮੰਤਰੀ, ਕੋਈ ਵੀ ਪ੍ਰਧਾਨ ਮੰਤਰੀ, ਕੋਈ ਮੰਤਰੀ ਕਿਸੇ ਪਾਰਟੀ ਦਾ ਨਹੀਂ ਹੁੰਦਾ, ਉਹ ਸਮੁੱਚੇ ਦੇਸ਼ ਦਾ ਹੁੰਦਾ। ਸੁਨੀਲ ਜਾਖੜ ਨੇ ਤਾਂ ਇੱਥੋਂ ਤੱਕ ਕਹਿਤਾ ਕਿ ਭਗਵੰਤ ਮਾਨ ਜੀ ਨੂੰ ਬੇਨਤੀ ਹੈ ਕਿ ਆਪਦੇ ਸਿਹਤ ਮੰਤਰੀ ਜੋੜੇ ਮਾਜਰੇ ਨੂੰ ਨਾ ਉੱਥੇ ਭੇਜ ਦੇ, ਕਿਤੇ ਉਹ ਜਾ ਕੇ ਉੱਥੇ ਬੈੱਡ ਚੈੱਕ ਕਰਨ ਲੱਗ ਜੀ। ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ, ਕਹਿੰਦਾ ਤੁਸੀਂ ਪੰਜਾਬੀ ਯਾਰ ਪਰੌਂਠੇ ਖਾਣ ਦੇ ਬੜੇ ਸ਼ੌਕੀਨ ਹੁੰਦੇ, ਉੱਤੇ ਮੱਖਣ ਰੱਖ ਕੇ ਤੇ ਮੈਨੂੰ ਵੀ ਖਵਾ ਦਿਆ ਜੇ। 2 ਮਹੀਨੇ ਪਹਿਲਾਂ ਸੂਚਿਤ ਕਰਤਾ ਸੀ ਕਿ ਜਿਹੜਾ ਖਨਨ ਮਾਫੀਆ, ਰੇਤ ਮਾਫੀਆ, ਇਹ ਪੱਟ ਕੇ ਰੇਤ ਇਹਨਾਂ ਦੀਆਂ ਨੀਹਾਂ ਕਮਜ਼ੋਰ ਕਰ ਰਿਹਾ। ਕਿਸੇ ਨੇ ਕੁੰਭ ਕਰਨੀ ਨੀਂਦ ਤੋਂ ਜਾਗੀ। ਇਹਨਾਂ ਨੇ 2 ਮਹੀਨੇ ਪਹਿਲਾਂ ਇਕੱਲਾ ਇਸ ਪੁਲ ਦੀ ਗੱਲ ਨਹੀਂ ਕੀਤੀ ਸੀ, ਰੇਲਵੇ ਮਹਿਕਮੇ ਨੇ। ਇਹਨਾਂ ਨੇ ਕਈ ਹੋਰ ਪੁਲਾਂ ਦੀ ਗੱਲ ਵੀ ਕੀਤੀ ਸੀ ਕਿ ਜਿੱਥੇ ਜਿੱਥੇ ਰੇਲਵੇ ਪੁਲ ਨੇ ਉਹਦੇ ਥੱਲਿਓਂ ਮਿੱਟੀ ਕੱਢੀ ਜਾ ਰਹੀ ਹੈ। ਸਤਿ ਸ਼੍ਰੀ ਅਕਾਲ, ਮੈਂ ਰਿੰਤੀ ਮਾਨ, ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਖਬਰ ਤੋੜ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਪੂਰੇ ਹਫ਼ਤੇ ਭਰ ਦੀਆਂ ਉਹਨਾਂ ਵੱਡੀਆਂ ਖਬਰਾਂ ਤੇ ਨਜ਼ਰ ਮਾਰਦੇ ਹਾਂ ਜਿਨ੍ਹਾਂ ਖਬਰਾਂ ਕਰਕੇ ਪੂਰਾ ਹਫ਼ਤਾ ਸਰਗਰਮ ਰਿਹਾ ਹੋਵੇ। ਜੇਕਰ ਪਿਛਲੇ ਹਫ਼ਤੇ ਦੀ ਗੱਲ ਕਰੀ ਜਾਵੇ ਤਾਂ ਪਿਛਲੇ ਹਫ਼ਤੇ ਦੇ ਵਿੱਚ ਅਨੇਕਾਂ ਅਜਿਹੀਆਂ ਵੱਡੀਆਂ ਖਬਰਾਂ ਰਹੀਆਂ ਜਿਸ ਕਰਕੇ ਪੂਰਾ ਹਫ਼ਤਾ ਗਰਮ ਰਿਹਾ ਤੇ ਸਿਆਸਤ ਵੀ ਖੂਬ ਗਰਮਾਈ ਹੋਈ ਸੀ। ਉਹਨਾਂ ਮੁੱਦਿਆਂ ਨੂੰ ਲੈ ਕੇ ਚਰਚਾ ਕਰਾਂਗੇ। ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ। ਸਭ ਤੋਂ ਪਹਿਲਾਂ ਅਸੀਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਢਿੱਲੋਂ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਬਹੁਤ ਸ਼ੁਕਰੀਆ, ਬਹੁਤ-ਬਹੁਤ ਮਿਹਰਬਾਨੀ ਰੀਨਾ ਜੀਓ ਜੀ। ਢਿੱਲੋਂ ਜੀ, ਗੱਲ ਕੀਤੀ ਜਾਵੇ ਪਿਛਲੇ ਹਫ਼ਤੇ ਦੀ ਤਾਂ ਪਿਛਲਾ ਹਫ਼ਤਾ ਕਾਫੀ ਸਰਗਰਮ ਰਿਹਾ। ਤਾਂ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੈ ਕੇ, ਜਿਨ੍ਹਾਂ ਨੇ ਕਿ ਪੰਜਾਬ ਦਾ ਦੌਰਾ ਕੀਤਾ ਅਤੇ ਉਹਨਾਂ ਦੇ ਵੱਲੋਂ ਜਿਹੜਾ ਕਿ ਹੋਮੀ ਭਾਭਾ ਕੈਂਸਰ ਅਤੇ ਖੋਜ ਕੇਂਦਰ ਹਸਪਤਾਲ ਦਾ ਉਹਨਾਂ ਦੇ ਵੱਲੋਂ ਉਦਘਾਟਨ ਕੀਤਾ ਗਿਆ ਸੀ। ਦੇਖੋ, ਜਿਹੜਾ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਇੱਕ ਉਲਾਂਭਾ ਦੇ ਗਏ ਸਨ ਜਦੋਂ 5 ਜਨਵਰੀ ਨੂੰ ਉਹ ਫਿਰੋਜ਼ਪੁਰ ਦੇ ਵਿੱਚ ਆਏ। ਉਦੋਂ ਜਾਂਦੇ ਹੋਏ ਕਹੇ ਗਏ ਸੀ ਕਿ ਮੇਰੀ ਜਾਨ ਨੂੰ ਖਤਰਾ। ਹਾਲਾਂਕਿ ਉਹਦੀ ਸੁਪਰੀਮ ਕੋਰਟ ਦੀ ਇੱਕ ਜੱਜ ਮੈਡਮ ਇੰਦੂ ਮਲਹੋਤਰਾ ਦੀ ਅਗਵਾਈ ਵਿੱਚ ਪੜਤਾਲ ਹੋਈ। ਉਹ ਪੜਤਾਲ ਦੇ ਵਿੱਚ ਇਹ ਆਖਿਆ ਗਿਆ ਕਿ ਜਿਹੜਾ ਬਠਿੰਡੇ ਦਾ ਉਸ ਵੇਲੇ ਦਾ SSP ਸੀ ਹਰਮਨਦੀਪ ਹੰਸ, ਉਹ ਸਿੱਧੇ ਰੂਪ ਵਿੱਚ ਜ਼ਿੰਮੇਵਾਰ ਹੈ, ਕਿਉਂਕਿ 2 ਘੰਟੇ ਪਹਿਲਾਂ ਉਹਨੂੰ ਦੱਸ ਦਿੱਤਾ ਗਿਆ ਸੀ ਕਿ ਪ੍ਰਧਾਨ ਮੰਤਰੀ ਸਾਹਿਬ ਚੌਪਰ ਨਹੀਂ, ਸੜਕੀ ਰਸਤੇ ਹੀ ਜਾਣਗੇ।
ਇਹਦੇ ਪਿਛੋਕੜ ਹੋਰ ਕੋਈ ਵੀ ਹੋਣ, ਉਹਦੇ ਵਿੱਚ ਸਿਫਾਰਿਸ਼ ਵੀ ਕਰਤੀ ਹੈ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਕਿ ਇਹ ਬੰਦਾ ਫੋਰਸ ਬਹੁਤ ਸੀ, ਜਿੰਨਾ ਨੌਰਮ ਹੈ ਨਿਯਮ ਹੈ ਪ੍ਰਧਾਨ ਮੰਤਰੀ ਦੀ ਫੋਰਸ ਹੋਣੀ ਚਾਹੀਦੀ ਹੈ, ਇਹ ਸੁਰੱਖਿਆ ਬਲ ਹੋਣੇ ਚਾਹੀਦੇ ਹੈ, ਉਹ ਕਹਿੰਦੇ ਸੰਤੁਸ਼ਟੀਜਨਕ ਸੀ ਉਸ ਗੱਲ ਦੇ ਵਿੱਚ। ਪਰ ਇਹ ਬੰਦਾ ਉਹਨੂੰ ਸਹੀ ਰੂਪ ਦੇ ਵਿੱਚ ਨਿਪਟਾਉਣ 'ਚ ਨਾਕਾਮਯਾਬ ਰਿਹਾ। ਕਿਸੇ ਦੇ ਉੱਤੇ ਜਦੋਂ ਇਹ ਲੱਗ ਜਾਵੇ ਕਿ ਇਹ ਬੰਦਾ ਨਿਪੁੰਨ ਨਹੀਂ ਹੈ ਤੇ ਸਾਰੀ ਉਮਰ ਦਾ ਕਲੰਕ ਲੱਗ ਜਾਂਦਾ ਹੈ। ਜਦੋਂ ਗਾਹਾਂ ਨੂੰ ਉਹਨੂੰ ਕਿਸੇ ਨੇ ਅਹਿਮ ਅਹੁਦੇ ਤੇ ਤਾਇਨਾਤ ਕਰਨਾ ਤੇ 15 ਵਾਰੀ ਸੋਚਿਆ ਜਾਊਗਾ ਕਿ ਇਹ ਉਹ ਬੰਦਾ ਜਿਹਦੇ ਕਰਕੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਦਸਤੇ ਦੇ ਵਿੱਚ ਸਮੱਸਿਆ ਆਈ। ਚਲੋ ਉਹਦੇ ਵਿੱਚ ਕਈ ਮੈਂਬਰੀ ਟੀਮ ਸੀ, ਪੰਜਾਬ ਤੇ ਹਰਿਆਣਾ ਅਦਾਲਤ ਦੇ ਉੱਚ ਅਦਾਲਤ ਦੇ ਰਜਿਸਟਰਾਰ ਵੀ ਸੀ, ਪੰਜਾਬ ਦੇ ADGP ਸ਼ਾਇਦ ਸੁਰੱਖਿਆ ਤੇ ਕਾਨੂੰਨ ਉਹ ਵੀ ਸੀ, ਕਈ ਹੋਰ ਚੰਡੀਗੜ੍ਹ ਦੇ IG ਵੀ ਸੀ। ਇਹ ਕਈ ਮੈਂਬਰਾਂ ਦੀ ਟੀਮ ਸੀ ਜਿਹਦੀ ਅਗਵਾਈ ਕਰਦੇ ਸੀ ਬੀਬੀ ਜਸਟਿਸ ਇੰਦੂ ਮਲਹੋਤਰਾ। ਚਲੋ ਹੁਣ ਪ੍ਰਧਾਨ ਮੰਤਰੀ ਸਾਹਿਬ ਹਾਲਾਂਕਿ ਉਸ ਤੋਂ ਬਾਅਦ 3 ਵਾਰ ਇੱਥੇ ਆਏ ਚੋਣਾਂ ਦੇ ਦੌਰਾਨ। ਸਭ ਤੋਂ ਪਹਿਲੀ ਰੈਲੀ ਉਹਨਾਂ ਦੀ PAP ਗਰਾਊਂਡ ਜਲੰਧਰ ਦੇ ਵਿੱਚ ਹੋਈ, ਫਿਰ ਉਹ ਪਠਾਨਕੋਟ ਗਏ ਤੇ ਫਿਰ ਤੀਜੀ ਰੈਲੀ ਉਹਨਾਂ ਨੇ ਅਬੋਹਰ ਦੇ ਵਿੱਚ ਕੀਤੀ ਸੀ। ਪਰ ਕਿਸੇ ਸਮਾਗਮ ਦਾ ਉਦਘਾਟਨ ਕਰਨ ਵਾਸਤੇ ਉਹ ਪਹਿਲੀ ਵਾਰ ਆਏ ਸਨ। ਮੁੱਲਾਂਪੁਰ ਗਰੀਬਦਾਸ, ਜਿਹਨੂੰ ਅਸੀਂ ਨਵਾਂ ਚੰਡੀਗੜ੍ਹ ਕਹਿੰਦੇ ਹਾਂ, ਉੱਥੇ ਇਹ ਹੋਮੀ ਭਾਵਾ ਜਿਹੜਾ ਖੋਜ ਕੇਂਦਰ ਤੇ ਹਸਪਤਾਲ ਆ, ਕੈਂਸਰ ਹਸਪਤਾਲ, ਇਹਦਾ ਉਦਘਾਟਨ ਕਰਨ ਵਾਸਤੇ ਆਏ। ਇੱਕ ਵੱਖਰੀ ਗੱਲ ਹੈ ਕਿ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੇ ਖਾਸੇ ਚੰਗੇ ਸੋਲੇ ਗਾਏ। ਉਸੇ ਦਿਨ ਦਿੱਲੀ ਦੇ ਮੁੱਖ ਮੰਤਰੀ ਇਲਜ਼ਾਮ ਲਾ ਰਹੇ ਸੀ ਭਾਰਤੀ ਜਨਤਾ ਪਾਰਟੀ ਤੇ ਕਿ 20-20 ਕਰੋੜ ਦੇ ਵਿੱਚ ਸਾਡੇ ਵਿਧਾਇਕ ਖਰੀਦੇ ਜਾ ਰਹੇ ਨੇ। ਉਹਨਾਂ ਨੇ ਗਾਏ, ਕਈ ਉਹਨਾਂ ਨੇ ਮੰਗਾਂ ਵੀ ਕਹੀਆਂ। ਉਹ ਮੰਚ ਤੋਂ ਤਾਂ ਕਿਸੇ ਮੰਗ ਦਾ ਉਹਨਾਂ ਨੇ ਜ਼ਿਕਰ ਨਹੀਂ ਕੀਤਾ। ਇਹ ਭਾਰਤ ਦੇ ਪਹਿਲੇ ਪਰਮਾਣੂ ਸਾਇੰਟਿਸਟ ਸੀ ਹੋਮੀ ਜਹਾਂਗੀਰ ਭਾਵਾ, ਜਿਨ੍ਹਾਂ ਦੀ ਮੌਤ ਤੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਸ਼੍ਰੀ ਲਾਲ ਬਹਾਦਰ ਸ਼ਾਸਤਰੀ ਦੀ ਮੌਤ ਦਾ ਬਹੁਤ ਥੋੜਾ ਅੰਤਰ ਹੈ। ਇੱਕੋ ਮਹੀਨੇ ਦੇ ਵਿੱਚ 10-12 ਦਿਨਾਂ ਦੇ ਵਿੱਚ ਹੋਇਆ ਸੀ ਇਹ ਹਾਦਸਾ ਵਾਪਰਿਆ। ਸੋ ਮੈਂ ਇਸ ਗੱਲ ਦੇ ਵਿੱਚ ਆਖਾਂ ਕਿ ਇਹ ਜਿਹੜਾ ਖੋਜ ਕੇਂਦਰ 300 ਬਿਸਤਰਿਆਂ ਦਾ ਆਧੁਨਿਕ ਵਾਲਾ ਹੈ ਪ੍ਰਧਾਨ ਮੰਤਰੀ ਸਾਹਿਬ ਵੱਲੋਂ ਦੇਣਾ, ਇਹਦੇ ਤੇ ਕਈਆਂ ਨੇ ਰਾਜਨੀਤੀ ਵੀ ਕੀਤੀ ਹੈ। ਸਰਦਾਰ ਸੁਖਬੀਰ ਸਿੰਘ ਕਹਿੰਦੇ ਕਿ ਸਾਡਾ ਰਾਜ ਸੀ ਉਦੋਂ ਜਦੋਂ ਇਹਦਾ ਨੀਂਹ ਪੱਥਰ ਰੱਖਿਆ ਗਿਆ ਸੀਗਾ। ਡਾਕਟਰ ਮਨਮੋਹਨ ਸਿੰਘ ਉਸ ਵੇਲੇ ਦੇ ਪ੍ਰਧਾਨ ਮੰਤਰੀ ਇਹਦਾ ਨੀਂਹ ਪੱਥਰ ਰੱਖਣ ਆਏ ਸੀ। ਕਾਂਗਰਸੀ ਕਹਿੰਦੇ ਨੇ ਕਿ ਅਸੀਂ ਵੀ ਯੋਗਦਾਨ ਹੈ ਕਿਉਂਕਿ ਪ੍ਰਧਾਨ ਮੰਤਰੀ ਸਾਡੀ ਪਾਰਟੀ ਦਾ ਸੀ। ਹੁਣ ਆਮ ਵਾਲੇ ਕਹਿਣਗੇ ਕਿ ਸਾਡਾ ਹੈ, ਸਾਡੇ ਵੇਲੇ ਹੋਇਆ। ਭਾਰਤੀ ਜਨਤਾ ਪਾਰਟੀ ਵਾਲੇ ਕਹਿੰਦੇ ਸਾਡੇ ਵੇਲੇ ਹੋਇਆ ਕਿਉਂਕਿ ਪ੍ਰਧਾਨ ਮੰਤਰੀ ਸਾਹਿਬ ਸਾਡੀ ਪਾਰਟੀ ਨਾਲ ਸੰਬੰਧਿਤ ਨੇ। ਕੋਈ ਵੀ ਮੁੱਖ ਮੰਤਰੀ, ਕੋਈ ਵੀ ਪ੍ਰਧਾਨ ਮੰਤਰੀ, ਕੋਈ ਮੰਤਰੀ ਕਿਸੇ ਪਾਰਟੀ ਦਾ ਨਹੀਂ ਹੁੰਦਾ, ਉਹ ਸਮੁੱਚੇ ਦੇਸ਼ ਦਾ ਹੁੰਦਾ। ਪ੍ਰਧਾਨ ਮੰਤਰੀ ਸਾਹਿਬ ਨੇ ਫਿਰ ਜਿਹੜੇ ਨਵੇਂ ਭਾਜਪਾਈ ਬਣੇ ਨੇ ਬਾਅਦ ਦੇ ਵਿੱਚ, ਇਹਨਾਂ ਨਾਲ ਇੱਕ ਮੀਟਿੰਗ ਕੀਤੀ ਬੜੇ ਖੁੱਲੇ ਮਾਹੌਲ ਦੇ ਵਿੱਚ। ਸ਼ੁਰੂ ਦੇ ਵਿੱਚ ਤਾਂ ਲੱਗਦਾ ਸੀ ਕਿ ਉਹ ਚੁੱਪਚਾਪ ਜੇ ਸੀ, ਇਹ ਅੰਤਰ ਬਣਾ ਕੇ ਵੀ ਰੱਖਣਾ ਹੁੰਦਾ ਹੈਗਾ। ਪ੍ਰਧਾਨ ਮੰਤਰੀ ਸਾਹਿਬ ਨੇ ਸੁਰੱਖਿਆ ਵਾਲਿਆਂ ਨੂੰ ਕਹਿਤਾ ਕਿ ਪਰੇ ਹੋ ਜਾਓ, ਅਸੀਂ ਕੁਝ ਸਿੱਧੀਆਂ ਗੱਲਾਂ ਕਰਨੀਆਂ ਨੇ। ਤੇ 45 ਮਿੰਟ ਦੇ ਕਰੀਬ ਉਹਨਾਂ ਨੇ ਸਾਰਿਆਂ ਨਾਲ ਗੱਲ ਕੀਤੀ। ਕਿਹੜੇ ਸੀ ਉੱਥੇ? ਆ ਜਿਹੜੇ ਤਾਜ਼ੇ ਭਾਜਪਾਈ ਬਣੇ ਨੇ, ਰਾਣਾ ਸੋਢੀ, ਕੇਵਲ ਸਿੰਘ ਢਿੱਲੋਂ, ਸੁਨੀਲ ਜਾਖੜ ਤੇ ਹੋਰ ਕਈ। ਸੁਨੀਲ ਜਾਖੜ ਨੇ ਤਾਂ ਇੱਥੋਂ ਤੱਕ ਕਹਿਤਾ ਕਿ ਭਗਵੰਤ ਮਾਨ ਜੀ ਨੂੰ ਬੇਨਤੀ ਹੈ ਕਿ ਆਪਦੇ ਸਿਹਤ ਮੰਤਰੀ ਜੌੜੇ ਮਾਜਰੇ ਨੂੰ ਨਾ ਉੱਥੇ ਭੇਜ ਦੇ, ਕਿਤੇ ਉਹ ਜਾ ਕੇ ਉੱਥੇ ਬੈੱਡ ਚੈੱਕ ਕਰਨ ਲੱਗ ਜੇ। ਇਹ ਤੰਜ ਕੱਸਿਆ। ਇੱਕ ਗੱਲ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ, ਕਹਿੰਦਾ ਤੁਸੀਂ ਪੰਜਾਬੀ ਯਾਰ ਪਰੌਂਠੇ ਖਾਣ ਦੇ ਬੜੇ ਸ਼ੌਕੀਨ ਹੁੰਦੇ, ਉੱਤੇ ਮੱਖਣ ਰੱਖ ਕੇ, ਤੇ ਮੈਨੂੰ ਵੀ ਖਵਾ ਦਿੰਦੇ ਅੱਜ। ਫਿਰੋਜ਼ਪੁਰ ਵਾਲਿਆਂ ਨੇ ਕਿਹਾ ਕਿ ਤੁਸੀਂ ਜੀ ਉਦੋਂ ਮੁੜ ਗਏ, ਹੁਣ ਦੁਬਾਰਾ ਆਓ। ਤਾਂ ਬੜੀ ਖੁੱਲ੍ਹ ਦਿਲੀ ਨਾਲ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਕਿ ਹਾਂ ਮੇਰੀ ਸ਼ਡਿਊਲ ਦੇ ਵਿੱਚ ਹੈ ਤੁਹਾਡਾ ਜਿਹੜਾ ਉਹ ਹਸਪਤਾਲ ਦਾ ਉੱਥੇ ਨੀਂਹ ਪੱਥਰ ਰੱਖਣਾ। ਮੈਂ ਅਗਲੇ ਦਿਨਾਂ ਦੇ ਵਿੱਚ ਤੁਹਾਨੂੰ ਟਾਈਮ ਦੇਵਾਂਗਾ ਤੇ ਆਵਾਂਗਾ। ਕਈ ਹੋਰ ਤਰ੍ਹਾਂ ਦੀਆਂ ਲਗਭਗ 45 ਮਿੰਟ ਪ੍ਰਧਾਨ ਮੰਤਰੀ ਸਾਹਿਬ ਵੱਲੋਂ ਖੁੱਲ੍ਹੇ ਦਿਲ ਦੇ ਨਾਲ ਬੈਠ ਕੇ ਗੱਲਾਂ ਕਰਨੀਆਂ ਆਪਣੇ ਆਪ ਦੇ ਵਿੱਚ ਅਹਿਮ ਹੈ।
ਜੀ ਢਿੱਲੋਂ ਜੀ, ਗੱਲ ਕਰਾਂਗੇ ਚੱਕੀ ਪੁਲ ਨੂੰ ਲੈ ਕੇ। ਚੱਕੀ ਰੇਲਵੇ ਪੁਲ ਜੋ ਕਿ ਟੁੱਟਿਆ, ਬਰਸਾਤ ਕਾਰਨ 3, 4, 6 ਪਿੱਲਰ ਪ੍ਰਭਾਵਿਤ ਹੋਏ ਨੇ। ਕਾਂਗੜਾ ਡੀਸੀ ਨੇ ਜਾਂਚ ਦੇ ਆਦੇਸ਼ ਵੀ ਦਿੱਤੇ ਨੇ, ਕਿਉਂਕਿ ਇਸ ਪੁਲ ਦੇ ਟੁੱਟਣ ਕਾਰਨ ਜੇਕਰ ਅੱਜ ਦੀ ਗੱਲ ਕੀਤੀ ਜਾਵੇ ਤਾਂ ਦੇਖਿਆ ਜਾ ਰਿਹਾ ਕਿ ਉੱਥੋਂ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ, ਕਿਉਂਕਿ ਜਿਹੜਾ ਚੱਕੀ ਦਾ ਦਰਿਆ ਉਸਦੇ ਦੂਸਰੀ ਸਾਈਡ ਦੇ ਉੱਤੇ ਵੀ ਪੁਲਿਸ ਵੱਲੋਂ ਨਾਕਾ ਲਗਾਇਆ ਗਿਆ, ਕਿਉਂਕਿ ਲੋਕਾਂ ਨੂੰ ਜਿਹੜੇ ਕਿ ਉੱਥੋਂ ਦੀ ਪੁਲ ਉੱਪਰ ਦੀ ਭਾਰੀ ਵਾਹਨ ਲਿਜਾਣ 'ਤੇ ਮਨਾਹੀ ਕੀਤੀ ਗਈ ਹੈ। ਉਹਨਾਂ ਦਾ ਕਹਿਣਾ ਕਿ ਜਿਹੜੇ ਪੈਦਲ ਨੇ ਜਾਂ ਫਿਰ ਜਿਹੜੇ 2 ਵੀਲਰ ਨੇ ਸਿਰਫ ਉਹੀ ਹੀ ਇਸ ਪਿੱਲਰ ਦੇ ਇਸ ਦੇ ਉੱਪਰ ਦੀ ਜਾ ਸਕਦੇ ਨੇ, ਪਰ ਭਾਰੀ ਵਾਹਨਾਂ 'ਤੇ ਜਿਹੜੀ ਕਿ ਮਨਾਹੀ ਕੀਤੀ ਗਈ ਹੈ, ਜਿਸ ਕਰਕੇ ਲੋਕਾਂ ਦੇ ਵਿੱਚ ਇਸ ਨੂੰ ਲੈ ਕੇ ਰੋਸ ਪਾਇਆ ਜਾ ਰਿਹਾ। ਪਰ ਦੂਸਰੇ ਪਾਸੇ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਹੀ ਪੁਲਿਸ ਵੱਲੋਂ ਇਹ ਜਿਹੜਾ ਕੰਮ ਉਹ ਕੀਤਾ ਜਾ ਰਿਹਾ ਹੈ। ਦੇਖੋ, ਜਿਹੜਾ ਇਹ ਚੱਕੀ ਪੁਲ ਹੈ, ਇਹ ਪੰਜਾਬ ਤੇ ਹਿਮਾਚਲ ਨੂੰ ਜੋੜਨ ਦਾ ਕੰਮ ਕਰਦਾ ਹੈ। ਇਹਦੇ ਜਿਹੜੇ ਪਿੱਲਰ ਨੇ, ਜਿਹਨੂੰ ਪੰਜਾਬੀ ਦੇ ਵਿੱਚ ਆਪਾਂ ਸਤੰਭ ਕਹਿੰਦੇ ਹਾਂ, ਉਹ 3, 4, 6 ਇਹ ਪ੍ਰਭਾਵਿਤ ਹੋਏ ਨੇ। ਹੈਰਾਨੀ ਇਸ ਗੱਲ ਦੀ ਹੈ ਕਿ ਰੇਲਵੇ ਵਿਭਾਗ ਨੇ ਇਹਨਾਂ ਨੂੰ 2 ਮਹੀਨੇ ਪਹਿਲਾਂ ਸੂਚਿਤ ਕਰਤਾ ਸੀ ਕਿ ਜਿਹੜਾ ਖਨਨ ਮਾਫੀਆ, ਰੇਤ ਮਾਫੀਆ, ਇਹ ਪੱਟ ਕੇ ਰੇਤ ਇਹਨਾਂ ਦੀਆਂ ਨੀਹਾਂ ਕਮਜ਼ੋਰ ਕਰ ਰਿਹਾ। ਕਿਸੇ ਨੇ ਕੁੰਭਕਰਨੀ ਨੀਂਹ ਤੋਂ ਜਾਗੇ ਨਹੀਂ। ਘਟਨਾ ਵਾਪਰੀ, ਪਹਿਲਾਂ ਰੇਲ ਬੰਦ ਕਰ ਦਿੱਤੀਆਂ ਗਈਆਂ, ਸੜਕੀ ਆਵਾਜਾਈ ਚਲਾ ਦਿੱਤੀ ਗਈ ਹੈ, ਔਰ ਇਸ ਮਾਮਲੇ ਦੇ ਵਿੱਚ ਰਸਤਾ ਵੀ ਲੰਬਾ ਕਰ ਦਿੱਤਾ ਗਿਆ। ਸਭ ਤੋਂ ਪਹਿਲਾਂ ਕਾਂਗੜੇ ਦੇ ਡਿਪਟੀ ਕਮਿਸ਼ਨਰ, ਉਹਨਾਂ ਦਾ ਨਾਮ ਸ਼ਾਇਦ ਨਿਤਨ ਹੈ, ਉਹਨਾਂ ਨੇ ਦੀ ਜਾਂਚ ਦੇ ਆਦੇਸ਼ ਦਿੱਤੇ ਵਧੀਕ ਡਿਪਟੀ ਕਮਿਸ਼ਨਰ ਰਾਕੇਸ਼ ਰਾਠੌੜ ਨੂੰ ਕਿ 15 ਦਿਨਾਂ ਦੇ ਵਿੱਚ ਤੁਸੀਂ ਇਹਦੀ ਰਿਪੋਰਟ ਸਬਮਿਟ ਕਰੋ। ਜਦੋਂ ਉੱਥੇ ਉਹ 20 ਤਰੀਕ ਨੂੰ ਕਰਤਾ, ਫਿਰ ਥੋੜੀ ਜਿਹੀ ਨੀਂਦ ਇਹਨਾਂ ਦੀ ਵੀ ਖੁੱਲੀ, ਪੰਜਾਬ ਵਾਲਿਆਂ ਦੀ, ਤੇ ਇਹਨਾਂ ਨੇ ਵੀ ਪਠਾਨਕੋਟ ਦੇ ਡਿਪਟੀ ਕਮਿਸ਼ਨਰ ਨੂੰ ਕਿਹਾ ਤੁਸੀਂ 15 ਦਿਨਾਂ ਦੇ ਵਿੱਚ ਰਿਪੋਰਟ ਦਿਓ। GRM ਨੇ ਸੀਮਾ ਸ਼ਰਮਾ, ਜਿਹੜੇ ਰੇਲ ਦੇ ਅਧਿਕਾਰੀ ਨੇ ਫਿਰੋਜ਼ਪੁਰ ਮੰਡਲ ਦੇ DRM, ਉਹਨਾਂ ਨੇ ਖੁਦ ਦੌਰਾ ਕੀਤਾ ਤੇ ਦਿੱਲੀ ਤੋਂ ਜਨਰਲ ਮੈਨੇਜਰ ਪੱਧਰ ਦੇ ਤਕਨੀਕੀ ਅਧਿਕਾਰੀ ਤੇ ਹੋਰ ਉਹ ਵੀ ਇਸ ਪੁਲ ਦਾ ਨਿਰੀਖਣ ਕਰਕੇ ਗਏ ਨੇ। ਇਹਨਾਂ ਨੇ 2 ਮਹੀਨੇ ਪਹਿਲਾਂ ਇਕੱਲਾ ਇਸ ਪੁਲ ਦੀ ਗੱਲ ਨਹੀਂ ਕੀਤੀ ਸੀ ਰੇਲਵੇ ਮਹਿਕਮੇ ਨੇ, ਇਹਨਾਂ ਨੇ ਕਈ ਹੋਰ ਪੁਲਾਂ ਦੀ ਗੱਲ ਵੀ ਕੀਤੀ ਸੀ ਕਿ ਜਿੱਥੇ ਜਿੱਥੇ ਰੇਲਵੇ ਪੁਲ ਨੇ ਉਹਦੇ ਥੱਲਿਓਂ ਮਿੱਟੀ ਕੱਢੀ ਜਾ ਰਹੀ ਹੈ, ਕਿਤੇ ਇਹ ਨਾ ਹੋਵੇ ਕੋਈ ਜਾ ਜਾਂਦੀ ਹੋ ਜਾਵੇ ਜੀ। ਉਧਰ ਗੜ੍ਹ ਸ਼ੰਕਰ ਦੇ ਕੋਲ ਜਿਹੜਾ ਪਹਾੜ ਹੈ, ਜਿਹੜੀ ਜ਼ਮੀਨ ਹੈ ਹੇਠਲੇ ਪੱਧਰ ਦੀ, ਜਿੱਥੇ ਬੇਸ ਹੈ ਉਹਦਾ, ਉਹ ਪੰਜਾਬ 'ਚ ਹੈ, ਉਹਦਾ ਉਤਲਾ ਹਿੱਸਾ ਹਿਮਾਚਲ 'ਚ ਹੈ। ਉਹ ਹਿਮਾਚਲ ਦੇ ਪਿੰਡਾਂ ਵਾਲੇ ਆਪਣੀ ਸਰਕਾਰ ਕੋਲੇ ਰੋਂਦੇ ਨੇ ਕਿ ਇਹਨਾਂ ਪੰਜਾਬ ਵਾਲਿਆਂ ਨੂੰ ਜਾ ਕੇ ਕਹੋ ਕਿ ਥੱਲਿਓਂ ਮਿੱਟੀ ਖੋਦੀ ਜਾਂਦੇ ਨੇ, ਕਿਤੇ ਇਹ ਨਾ ਹੋਵੇ ਅਗਲੇ ਸਮੇਂ ਦੇ ਵਿੱਚ ਸਾਰੇ ਦਾ ਸਾਰਾ ਪਿੰਡ ਹੀ ਤੈਸ਼ ਨੈਸ਼ ਹੋ ਜਾਵੇ। ਜੀ, ਕਿਸਾਨਾਂ ਨੇ ਲਖੀਮਪੁਰ ਖੀਰੀ ਦੇ ਵਿੱਚ 72 ਘੰਟਿਆਂ ਦਾ ਧਰਨਾ ਲਗਾਇਆ, ਫਿਰ ਦਿੱਲੀ ਜੰਤਰ ਮੰਤਰ ਤੇ ਪਹੁੰਚੇ, ਕਿਉਂਕਿ ਕਿਸਾਨਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਆਪਣੀਆਂ ਬਾਕੀ ਰਹਿੰਦੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਕਿਸਾਨ 3 ਦਿਨ 72 ਘੰਟੇ ਲਖੀਮਪੁਰ ਖੀਰੀ ਦੇ ਵਿੱਚ ਪਹੁੰਚੇ। ਉਹਨਾਂ ਨੇ ਮੇਨ ਮੰਗਾਂ ਉਹੀ ਨੇ। ਇੱਕ ਤਾਂ ਜਿਹੜੇ ਲਖੀਮਪੁਰ ਖੀਰੀ ਦੇ ਵਿੱਚ 4 ਕਿਸਾਨ ਤੇ 1 ਪੱਤਰਕਾਰ, ਉਹਦੇ ਵਿੱਚ ਉਹ ਕਹਿੰਦੇ ਅਜੇ ਮਿਸ਼ਰੇ ਟੋਨੀ ਨੂੰ, ਉਹ ਤੇ ਧਾਰਾ ਤਾਂ 120 ਵੀ ਲੱਗੀ ਹੈ, ਉਹਨੂੰ ਨਾਮਜ਼ਦ ਕੀਤਾ ਜਾਵੇ। ਦੂਜਾ ਉਹਨਾਂ ਨੇ ਕਿਹਾ ਕਿ ਜਿਹੜੇ ਕੇਸ ਬਣੇ ਸੀ ਉਹ ਵਾਪਸ ਲਏ ਜਾਣ। ਇਸ ਤਰ੍ਹਾਂ ਉਹਨਾਂ ਦੀਆਂ ਕੁਝ ਮੰਗਾਂ ਸੀ। ਅਖੀਰ ਲਖੀਮਪੁਰ ਖੀਰੀ ਦੇ ਜ਼ਿਲ੍ਹਾ ਮੈਜਿਸਟ੍ਰੇਟ ਨੇ ਆ ਕੇ ਮੌਕੇ ਤੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਜਲਦ ਤੋਂ ਜਲਦ ਤੁਹਾਡੀ ਸਰਕਾਰ ਨਾਲ ਗੱਲ ਕਰਾਵਾਂਗੇ। ਫਿਰ ਕੁਝ ਜਥੇਬੰਦੀਆਂ 22 ਅਗਸਤ ਨੂੰ ਦਿੱਲੀ ਦੇ ਜੰਤਰ ਮੰਤਰ ਤੇ ਜਾ ਪਹੁੰਚੀਆਂ। ਪਹਿਲਾਂ ਤਾਂ ਬੜੇ ਇਹਨਾਂ ਨੇ ਦਮਕ ਜੇ ਮਾਰੇ ਦਿੱਲੀ ਪੁਲਿਸ ਵਾਲਿਆਂ ਨੇ, ਦੁਬਾਰਾ ਵੱਡੇ ਵੱਡੇ ਬੈਰੀਕੇਡ ਲਾਤੇ, ਪੱਥਰ ਰੱਖਤੇ। ਜਿਵੇਂ ਕਿਹਾ ਜਾਂਦਾ ਹੈ ਕਿ ਜਦੋਂ ਵੱਡੇ ਤੂਫਾਨ ਆ ਜਾਂਦੇ ਆ ਤਾਂ ਨਿੱਕੇ ਮੋਟੇ ਕੁਝ ਨਹੀਂ ਕਰਦੇ ਹੁੰਦੇ। ਜਿੱਡੇ ਉੱਚੇ ਦਰਖਤ ਨੇ ਉਹ ਸਾਰੇ ਟੁੱਟ ਜਾਂਦੇ ਨੇ। ਜਿਵੇਂ ਤੁਸੀਂ ਆਸਾ ਦੀ ਵਾਰ ਦੇ ਵਿੱਚ ਕਿਹਾ ਕਿ ਸਿਮਲ ਰੁੱਖ ਸਰਾਇਰਾ,
अत दीर्घ अत मुच ओए जे आवे आसकर जाए निराशे कित फल फिक्के फुल वाकव के कम ना आवे पत मिठ तरीवी नानका गुण चंगियाइयां तत। उस दे वांगू आम धारना साडे ते पढ़दे हुंदे है, फल नीवियां रुखां नूं लगदे सिंबला तूं मान ना करी। सो घाह ਇਹਦਾ कुछ नहीं बिगाड़ सकता, जिन्ना मर्जी तूफान आ जे ਵੱਡੇ ਟੁੱਟਦੇ ਹੈ। ਉਹਨਾਂ ਨੇ ਵੀ ਉਹ ਬੈਰੀਗੇਡ ਤੋੜ ਕੇ ਜੰਤਰ ਮੰਤਰ ਤੇ ਪਹੁੰਚੇ, ਉੱਥੇ ਬਕਾਇਦਾ ਆਪਣਾ, ਕਿਉਂਕਿ ਉਹਨਾਂ ਨੇ ਕਿਹਾ ਸੀ ਕਿ ਅਸੀਂ 11 ਤੋਂ 4 ਵਜੇ ਤੱਕ ਦੇਣਾ ਹੈ। ਫਿਰ ਦਿੱਲੀ ਵਾਲਿਆਂ ਨੂੰ ਯਾਦ ਆਈ 26 ਤੇ 27 ਨਵੰਬਰ 2019 ਜਦੋਂ ਇਹ ਕਿਸਾਨ ਉੱਥੇ ਜਾ ਕੇ ਬੈਠੇ ਸੀ ਵੀ ਅਸੀਂ 2 ਦਿਨ ਦਾ ਉੱਥੇ ਧਰਨਾ ਦੇਣਾ ਹੈ। ਆ ਮਨੋਹਰ ਲਾਲ ਖੱਟੜ ਤੇ ਹੋਰਾਂ ਨੇ ਇਹਨਾਂ ਨੂੰ ਰੋਕ ਲਿਆ। ਇਹ ਬੈਰੀਕੇਡ ਅੜਿੱਕੇ ਵਗੈਰਾ ਤੋੜਦੇ ਹੋਏ ਉੱਥੇ ਜਾ ਪਹੁੰਚੇ ਸਨ। ਫਿਰ ਉਹਨਾਂ ਨੇ ਉਹ ਪਾਸੇ ਕਰਤੇ, ਮਾੜੀਆਂ ਮੋਟੀਆਂ ਜਿਹੀਆਂ ਰੋਕਾਂ ਕਰਦੇ ਰਹੇ ਤੇ ਕਿਸਾਨ ਉੱਥੇ ਫਿਰ ਇੱਕ ਵਾਰ ਜੰਤਰ ਮੰਤਰ ਤੇ ਆਪਣਾ ਧਰਨਾ ਦੇ ਆਏ ਨੇ। ਜੀ, ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 37ਵੀਂ ਬਰਸੀ ਮਨਾਈ ਗਈ। ਅਕਾਲੀ ਆਗੂਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਖੋ ਵੱਖਰੇ ਬਿਆਨ ਆਏ। ਝੁੰਦਾ ਨੇ 20 ਅਗਸਤ ਦੇ ਬਿਆਨ ਤੋਂ ਦੂਜੇ ਦਿਨ ਜਿਹੜਾ ਕਿ ਯੂ ਟਰਨ ਮਾਰ ਲਿਆ। ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ 20 ਅਗਸਤ ਨੂੰ ਮਨਾਈ ਗਈ ਤੇ ਬੜਾ ਥੋੜਾ ਜਿਹਾ ਇਕੱਠ ਸੀ। ਉਹ ਏਰੀਆ ਜਿੱਥੇ ਅਕਾਲੀ ਦਲ ਦਾ ਸਭ ਤੋਂ ਵੱਡਾ ਵੋਟ ਬੈਂਕ ਹੁੰਦਾ ਸੀ। ਅੱਜ ਸਮਝ ਆਉਂਦੀ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ 5-4 ਦਿਨਾਂ ਨੂੰ ਬਾਹਰ ਨੂੰ ਤੁਰਨ ਫਿਰਨ ਵਾਸਤੇ ਕਾਹਤੋਂ ਚਲੇ ਗਏ। ਮੈਨੂੰ ਲੱਗਦਾ ਉੱਥੇ ਇਕੱਠ-ਬੱਠ ਨਹੀਂ ਹੋਣਾ ਸੀ। ਕਿਸੇ ਵੇਲੇ ਉੱਥੇ ਵੱਡੇ ਤੰਬੂ ਜਾਂ ਅਨਾਜ ਮੰਡੀ ਦੇ ਛੱਪਰਾਂ ਹੇਠ ਇਹ ਰੈਲੀਆਂ ਕਰਦੇ ਹੁੰਦੇ ਸੀ। ਜਦੋਂ ਤੀਜੇ ਮੋਰਚੇ ਦੇ ਵਿੱਚ ਹੁੰਦੇ ਸੀ ਤਾਂ ਕਈ ਵਾਰ 5 ਹੈਲੀਕਾਪਟਰ ਵੀ ਇਸ ਦਾਣਾ ਮੰਡੀ 'ਚ ਖੜੇ ਦੇਖੇ ਗਏ ਨੇ। ਮੈਂ ਕਈ ਵਾਰੀ ਕਵਰ ਕੀਤੀ ਹੈ ਇਹ ਰੈਲੀ। ਉਸ ਵੇਲੇ 1996 ਦੇ ਵਿੱਚ ਲਾਲੂ ਪ੍ਰਸਾਦ ਯਾਦਵ, ਨਤੀਸ਼ ਕੁਮਾਰ, ਮੁਲਾਇਮ ਸਿੰਘ ਯਾਦਵ ਤੇ ਕਈ ਹੋਰ ਵੱਡੇ ਆਗੂ ਉੱਥੇ ਆਏ ਸਨ ਔਰ ਇਹ ਸੀਮਤ ਹੋ ਕੇ ਰਹੇਗੀ ਕਿਉਂਕਿ ਉੱਥੇ ਅਕਾਲੀ ਦਲ ਬਾਰੇ ਗੱਲਾਂ ਹੋਈਆਂ। ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰੇ ਨੇ ਗੱਲ ਕਹੀ ਕਿ ਜੇ ਕੋਈ ਬੰਦਾ ਸੁਧਾਰ ਦੀ ਗੱਲ ਕਰਦਾ, ਆਪਣੀ ਰਾਏ ਦਿੰਦਾ, ਉਹਨੂੰ ਬਾਗੀ ਨਾ ਸਮਝਿਆ ਜਾਵੇ। ਅਗਲੀ ਗੱਲ, ਉੱਥੇ ਬਹੁਤ ਵੱਡੀ ਪੱਧਰ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਇਕਬਾਲ ਸਿੰਘ ਝੁੰਦਾ ਨੇ ਇੱਥੋਂ ਤੱਕ ਕਹਿਤਾ ਕਿ ਜਿਹੜੇ ਅਕਾਲੀ ਦਲ ਨਾਲ ਸਿਧਾਂਤ ਹੀ ਨਹੀਂ ਰੱਖਦੇ ਸੀ, ਚੋਰ ਚੱਕੇ ਭਰਤੀ ਕਰ ਲਏ। ਉਹਨਾਂ ਕਰਕੇ ਅਕਾਲੀ ਦਲ ਦੀ ਪੋਜੀਸ਼ਨ ਤੇ ਸ਼੍ਰੋਮਣੀ ਕਮੇਟੀ ਦੀ ਪੋਜੀਸ਼ਨ ਹੋਈ ਹੈ। ਝੁੰਦਾ ਸਾਹਿਬ ਇਹ ਆਪਣਾ ਭਾਸ਼ਣ ਤੁਸੀਂ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਭੇਜ ਦਿੰਦੇ। ਕਾਰਜਕਾਰੀ ਨੇ, ਉਹ 2 ਥਾਂ ਤੇ ਕਾਰਜਕਾਰੀ ਨੇ। ਦੂਜੇ ਦਿਨ ਹੀ ਇਸ ਗੱਲ ਤੋਂ ਭੱਜ ਗਏ। ਫਿਰ ਸ਼੍ਰੋਮਣੀ ਕਮੇਟੀ ਦੇ ਪੁਰਾਣਾ ਸੰਗਰੂਰ, ਜਿਹਦੇ ਵਿੱਚ ਬਰਨਾਲਾ, ਸੰਗਰੂਰ ਤੇ ਮਲੇਰਕੋਟਲਾ ਵਿੱਚ ਸੀ, ਕੁਝ ਸ਼੍ਰੋਮਣੀ ਕਮੇਟੀ ਦੇ ਮੈਂਬਰ ਇਕੱਠੇ ਹੋਏ। ਉਹ ਕਹਿੰਦੇ ਝੁੰਦਾ ਸਾਹਿਬ ਦੁਬਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ 'ਚ ਖੜ ਕੇ ਗੱਲ ਕਹਿ ਦਿਓ ਕਿ ਤੁਹਾਨੂੰ ਜਿਹੜੇ ਲੋਕਾਂ ਨੇ ਕਿਹਾ ਸੀ ਕਿ ਕਿਹੜੀ ਲੀਡਰਸ਼ਿਪ ਨੂੰ ਬਦਲਣ ਦੀ ਲੋੜ ਹੈ, ਕੋਈ ਲੋਕਾਂ ਸਾਹਮਣੇ ਸੱਚ ਤਾਂ ਦੱਸ ਦਿਓ। ਹੁਣ ਝੁੰਦਾ ਸਾਹਿਬ ਇਸ ਗੱਲ ਦੇ ਵਿੱਚ ਫਸ ਗਏ ਨੇ। ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ 'ਚ ਉਹਨਾਂ ਨੇ ਕਹਿੰਦੇ ਚੋਰ ਚੱਕੇ ਭਰਤੀ ਕਰ ਲਏ। ਫਿਰ ਕਹਿੰਦੇ ਮੈਂ ਤਾਂ ਇਕੱਲੇ ਸੰਗਰੂਰ ਵਾਲਿਆਂ ਬਾਰੇ ਕਿਹਾ ਸੀ, ਪੰਜਾਬ ਵਾਲਿਆਂ ਬਾਰੇ ਤਾਂ ਨਹੀਂ ਕਿਹਾ ਸੀ। ਤੇ ਜਿਨ੍ਹਾਂ ਕੋਲੇ ਪੰਜਾਬ ਦੀ ਬਾਗਡੋਰ ਹੈ ਤੇ ਸੰਗਰੂਰ ਵਾਲੇ ਵੀ ਤਾਂ ਉਹਨਾਂ ਨੇ ਭਰਤੀ ਕੀਤੇ ਸੀ। ਸੋ ਝੁੰਦਾ ਸਾਹਿਬ ਇਸ ਵੇਲੇ ਬਹੁਤ ਕਸੂਤੀ ਸਥਿਤੀ ਦੇ ਵਿੱਚ ਫਸ ਗਏ ਨੇ। ਆਮ ਲੋਕਾਂ ਦੇ ਵਿੱਚ ਇਹ ਹੈ ਕਿ 42 ਮੱਦਾਂ ਸੀ ਜਿਹੜੀਆਂ ਉਹਨਾਂ ਨੇ ਲੋਕਾਂ ਦੇ ਨਾਲ ਗੱਲਬਾਤ ਕਰਕੇ ਰਿਪੋਰਟ ਦੇ ਵਿੱਚ ਬਣਾਈਆਂ। 42ਵੀਂ ਮੱਦ ਸੀ ਕਿ ਸਾਰੀ ਲੀਡਰਸ਼ਿਪ ਦੇ ਵਿੱਚ ਤਬਦੀਲੀ ਦੀ ਲੋੜ ਹੈ। ਉਹਦੇ ਤੋਂ ਭੱਜ ਗਏ। ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਢਾਂਚਾ ਸਾਰਾ ਭੰਗ ਹੋਵੇ ਤੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਕਹਿੰਦਾ ਜੋ ਕਰਨਾ ਕਰ ਲਓ, ਮੈਂ ਪ੍ਰਧਾਨ ਹੈਗਾ। ਅਜੇ ਤੱਕ ਇਹਨਾਂ ਨੂੰ ਸਮਝ ਨਹੀਂ ਆਈ ਜਿਹੜੀ ਕੁਰਬਾਨੀਆਂ ਵਾਲੀ ਪਾਰਟੀ 100 ਸਾਲ ਤੋਂ ਵੱਧ ਦਾ ਇਤਿਹਾਸ ਹੋਵੇ ਤੇ ਉਹ ਮਹਿਜ 3 ਸੀਟਾਂ ਤੇ ਸਿਮਟ ਕੇ ਰਹਿ ਜਾਵੇ। ਤੇ ਫਿਰ ਜੋ ਸੰਗਰੂਰ ਦੇ ਵਿੱਚ ਇਹਨਾਂ ਦੇ ਨਾਲ ਲੋਕ ਸਭਾ ਚੋਣ ਦੇ ਦੌਰਾਨ ਵਾਪਰਿਆ, 44,000 ਤੇ 428 ਵੋਟਾਂ ਇਹਨਾਂ ਨੂੰ ਪਈਆਂ ਨੇ। ਬਹੁਜਨ ਸਮਾਜ ਪਾਰਟੀ ਨਾਲ ਗੱਠਜੋੜ ਸੀ। ਉਹ ਕਹਿੰਦੇ ਅਸੀਂ ਬਾਹਲਾ ਦਗਮਗਜਾ ਨਹੀਂ ਮਾਰਦੇ, 10,000 ਵੋਟ ਤਾਂ ਸਾਡੀ ਪਈ ਹੈ। ਤੇ ਫਿਰ ਇਹਨਾਂ ਦੀ ਵੋਟ ਕਿੰਨੀ ਰਹੇਗੀ? 34,009 ਹਲਕੇ ਨੇ, 9 ਚੌਕਾ 36,
ਇਹਨਾਂ ਨੂੰ ਫਿਰ ਪ੍ਰਤੀ ਹਲਕਾ 4000 ਵੋਟ ਵੀ ਨਹੀਂ ਪਈ। ਇਹੋ ਕਾਰਨ ਹੈ ਲੋਕਾਂ ਦੇ ਵਿੱਚ ਚਰਚਾ ਦਾ ਵਿਸ਼ਾ ਹੈ ਕਿ ਸੁਖਬੀਰ ਸਿੰਘ ਬਾਦਲ ਦਾ ਕਿਤੇ ਬਾਹਰ ਚੱਲ ਜਾਣਾ ਉਹਨਾਂ ਨੂੰ ਪਤਾ ਸੀ ਕਿਤੇ ਇਕੱਠ ਨਹੀਂ ਹੋਣਾ ਤੇ ਲੋਕ ਸਵਾਲ ਚੁੱਕਣਗੇ। ਜੀ 7 ਸਾਲਾਂ ਸਹਿਜਪ੍ਰੀਤ ਦੀ ਗੱਲ ਕੀਤੀ ਜਾਵੇ ਤਾਂ ਉਸਦੀ ਨਹਿਰ ਦੇ ਵਿੱਚੋਂ ਲਾਸ਼ ਮਿਲਣ ਤੋਂ ਬਾਅਦ ਉਸਦੇ ਤਾਏ ਦੇ ਉੱਤੇ ਉਸਦੇ ਕਤਲ ਦੇ ਗੰਭੀਰ ਇਲਜ਼ਾਮ ਲੱਗੇ। ਉਹ ਤਾਇਆ ਵੀ ਹੈ, ਮਾਸੜ ਵੀ ਹੈ। ਜੀ ਸਹਿਜਪ੍ਰੀਤ ਦੀ ਮਾਤਾ ਤੇ ਦੋਨੇ ਭੈਣਾਂ ਨੇ ਸਕੀਆਂ। ਤਾਏ ਦੀ ਜਿਹੜੀ ਘਰ ਵਾਲੀ ਹੈ, ਇਹ ਬੱਚੇ ਨੂੰ ਚੁੱਕਿਆ ਗਿਆ, ਪਹਿਲਾਂ ਗੁਰਦੁਆਰਾ ਸਾਹਿਬ ਲੈ ਗਿਆ, ਫਿਰ ਉਹਨੂੰ ਭੇਦ ਭਰੀ ਹਾਲਤ ਦੇ ਵਿੱਚ ਨਹਿਰ ਤੇ ਲਿਜਾ ਕੇ ਉਹਦਾ ਕਤਲ ਕਰ ਦਿੱਤਾ ਗਿਆ। ਉਹ ਆਪਣਾ ਪੱਖ ਰੱਖਦਾ, ਉਹ ਆਪਣਾ ਪੱਖ ਰੱਖਦੇ ਨੇ। ਮੇਰਾ ਖਿਆਲ ਹੈ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਹੁਣ ਜਾਂਚ ਕੀਤੀ ਹੈ। ਕੀ ਪੁਲਿਸ ਉਹਨੂੰ ਸਜ਼ਾ ਦਿਵਾਉਣ ਤੱਕ ਲੈ ਕੇ ਜਾਵੇਗੀ, ਇਹਦੀ ਜ਼ਿੰਮੇਵਾਰੀ ਪੁਲਿਸ ਦੇ ਅਧਿਕਾਰੀਆਂ ਤੇ ਬਣਦੀ ਹੈ। ਪਰ ਜਿਹੜਾ ਇਹ ਘਿਨਾਉਣਾ ਕਾਰਾ ਕੀਤਾ ਗਿਆ, ਇਹਨੇ ਮਨੁੱਖਤਾ ਨੂੰ ਸ਼ਰਮਸਾਰ ਜ਼ਰੂਰ ਕੀਤਾ। ਜੀ ਦਿੱਲੀ ਦੀ ਆਬਕਾਰੀ ਨੀਤੀ ਨੂੰ ਲੈ ਕੇ ਸਿਆਸੀ ਘਮਾਸਾਨ ਮਚਿਆ। ਸੀਬੀਆਈ ਨੇ ਕੀਤੀ ਸਿਸੋਦੀਆ ਦੇ ਘਰ ਜਾਂਚ ਛਾਪੇਮਾਰੀ ਲਗਾਤਾਰ ਕੀਤੀ ਗਈ ਸੀ। ਜਿਹੜੀ ਉੱਥੋਂ ਦੀ ਨੀਤੀ ਬਣਾਈ ਗਈ ਪਿਛਲੇ ਸਾਲ, ਉਹ ਕਹਿੰਦੇ ਕਿ ਨਵੰਬਰ 19 ਤੋਂ ਲਾਗੂ ਹੋਣੀ ਸੀ ਤੇ ਨਵੰਬਰ 15 ਉਹਨਾਂ ਨੂੰ ਕਹਿ ਦਿੱਤਾ ਗਿਆ, ਉੱਥੋਂ ਦੇ ਜਿਹੜਾ ਉਪ ਰਾਜਪਾਲ ਸੀ ਉਸ ਵੇਲੇ ਅਨਿਲ ਬੈਜਲ, ਕਿ ਤੁਸੀਂ ਦਿੱਲੀ ਵਿਕਾਸ ਅਥਾਰਟੀ ਤੇ ਨਗਰ ਨਿਗਮਾਂ ਤੋਂ ਪਹਿਲਾਂ ਮਨਜ਼ੂਰੀ ਲਓ। ਹੁਣ ਸੀਬੀਆਈ ਜਾਂਚ ਕਰਨ ਲੱਗੀ ਹੈ, ਜਾਂ ਤਾਂ ਦੱਸੇ ਇਹਨਾਂ ਨੇ 200 ਠੇਕੇ ਸੀ ਸਰਕਾਰੀ ਤੌਰ ਤੇ, ਜਿਨ੍ਹਾਂ ਦੀ ਗਿਣਤੀ ਵੱਧ ਕੇ 849 ਹੋ ਗਈ। ਮਨੀਸ਼ ਸਿਸੋਦੀਆ ਇਹ ਗੱਲ ਕਹਿੰਦੇ ਨੇ ਕਿ ਮੇਰੇ ਬੈੱਡਾਂ ਤੱਕ ਚੱਕ ਕੇ ਫਰੋਲੇ ਗਏ, ਤੇ ਲੱਭਿਆ ਕੀ ਹੈ ਇਹਨਾਂ ਨੂੰ? ਜਿਹੜਾ ਕੁਝ ਮੇਰੇ ਲੈਪਟਾਪ 'ਚ ਸੀ ਉਹਨੂੰ ਜਨਤਕ ਕਰਨ, ਤੇ ਦੂਜੀਆਂ ਸਿਆਸੀ ਪਾਰਟੀਆਂ ਇਹਨਾਂ ਤੇ ਤੰਜ ਕੱਸਦੀਆਂ ਨੇ, ਆਹ ਕਰਤਾ, ਉਹ ਕਰਤਾ, ਫਲਾਨਾ ਕਰਤਾ, ਢਿਮਕਾ ਕਰਤਾ। ਸੀਬੀਆਈ ਹੋਵੇ, ਈਡੀ ਹੋਵੇ ਜਾਂ ਕੋਈ ਹੋਰ ਹੋਵੇ, ਇਸ ਏਜੰਸੀ ਨੂੰ ਇਸ ਗੱਲ ਨੂੰ ਜੱਗ ਜ਼ਾਹਰ ਕਰਨਾ ਚਾਹੀਦਾ ਹੈ। ਜੇ ਉਹਦੇ ਵਿੱਚ ਕੋਈ ਉਨਤਾਈ ਹੋਈ ਹੈ, ਉਹ ਨੀਤੀ ਦੇ ਵਿੱਚ ਕਿਸੇ ਨੂੰ ਲਾਭ ਪਹੁੰਚਾਇਆ ਗਿਆ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਾਂ ਦੋਸ਼ ਲਾਤਾ ਸਿੱਧਾ ਕਿ 500 ਕਰੋੜ ਦੀ ਹੇਰਾਫੇਰੀ ਹੋਈ ਹੈ। ਮੇਰਾ ਖਿਆਲ ਸੀਬੀਆਈ ਨਾਲੋਂ ਸਰਦਾਰ ਬਾਦਲ ਦੀ ਜਾਂਚ ਏਜੰਸੀ ਜ਼ਿਆਦਾ ਮਜ਼ਬੂਤ ਹੈ, ਜਿਹਨੂੰ ਅੰਕੜੇ ਵੀ ਪਤਾ ਲੱਗ ਗਏ ਨੇ। ਔਰ ਜੇ ਉਹਨਾਂ ਕੋਲੇ ਸਰਦਾਰ ਸੁਖਬੀਰ ਸਿੰਘ ਕੋਲੇ ਸਬੂਤ ਨੇ, ਉਹਨਾਂ ਨੂੰ ਵੀ ਦੱਸਣਾ ਚਾਹੀਦਾ ਜੱਗ ਜ਼ਾਹਰ ਕਰਕੇ ਕਿ ਇਹਨਾਂ ਅੰਕੜਿਆਂ ਦੇ ਆਧਾਰ ਤੇ ਮੈਂ ਆਪਣੀ ਗੱਲ ਕਰ ਰਿਹਾ ਹਾਂ। ਇਹ ਕਾਫੀ ਚਰਚਾ ਦਾ ਵਿਸ਼ਾ ਹੈ। ਇਹਦਾ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋਣਾ ਚਾਹੀਦਾ ਜੀ ਜਸਟਿਸ ਰਮਨਾ ਦਾ ਕਹਿਣਾ ਕਿ ਨਿਆਂਪਾਲਿਕਾ ਤੋਂ ਭਰੋਸਾ ਖਤਮ ਹੋਣਾ ਲੋਕਤੰਤਰ ਲਈ ਖਤਰਾ ਹੈ। ਜਸਟਿਸ ਰਮਨਾ ਪਰਸੋਂ ਸੇਵਾ ਮੁਕਤ ਹੋਏ ਨੇ 26 ਤਰੀਕ ਨੂੰ। ਐਨ.ਵੀ. ਰਮਨਾ ਸਾਹਿਬ ਜਦੋਂ ਉਹਨਾਂ ਨੂੰ ਵਿਦੇਗੀ ਪਾਰਟੀ ਦਿੱਤੀ ਜਾ ਰਹੀ ਸੀ, ਬਹੁਤ ਸਾਰੇ ਲੋਕਾਂ ਨੇ ਉਦੋਂ ਅੱਖਾਂ ਨਮ ਕੀਤੀਆਂ, ਕਿਉਂਕਿ ਜਸਟਿਸ ਐਨ.ਵੀ. ਰਮਨਾ ਸਾਹਿਬ ਨੇ ਆਪਣੇ ਇਹ ਸਵਾ ਕੁ ਸਾਲ ਦੇ ਅਰਸੇ ਦੇ ਵਿੱਚ ਵੱਡੀ ਪੱਧਰ ਦੇ ਉੱਤੇ ਉਹ ਕੰਮ ਕਰਤੇ ਜਿਹੜੇ ਪਹਿਲਾਂ ਨਹੀਂ ਹੋਣੇ। ਇੱਕ ਤਾਂ ਉਹਨਾਂ ਦਾ ਇਹ ਕਹਿਣਾ ਕਿ ਜੇ ਨਿਆਂਪਾਲਿਕਾ ਕਮਜ਼ੋਰ ਹੁੰਦੀ ਹੈ, ਇਹ ਲੋਕਤੰਤਰ ਲਈ ਬਹੁਤ ਵੱਡਾ ਖਤਰਾ ਹੈ। ਕੋਈ ਸ਼ੱਕ ਨਹੀਂ, ਇਹਨਾਂ ਲੋਕਾਂ ਨੇ ਲੋਕਤੰਤਰ ਨੂੰ ਜੋਗਤੰਤਰ ਬਣਾ ਕੇ ਰੱਖਤਾ, ਲੋਕਤੰਤਰ ਦਾ ਮਾਣਾ ਹੀ ਬਦਲਤਾ। ਪੈਸਿਆਂ ਨਾਲ ਲੋਕਾਂ ਦੀਆਂ ਚੁਣੀਆਂ ਹੋਈਆਂ ਸਰਕਾਰਾਂ ਤੋੜੀਆਂ ਜਾ ਰਹੀਆਂ ਨੇ। ਤਾਜ਼ਾ ਸਥਿਤੀ ਤੁਹਾਡੀ ਮਹਾਰਾਸ਼ਟਰ ਦੀ ਹੈ। ਇਹੀ ਫਾਰਮੂਲਾ ਕਹਿੰਦੇ ਹੋ ਸਕਦਾ ਅਗਲੇ ਦਿਨਾਂ ਵਿੱਚ ਝਾਰਖੰਡ ਜਾਂ ਦਿੱਲੀ 'ਚ ਲੱਗ ਸਕਦਾ, ਜਦੋਂ ਅਰਵਿੰਦ ਕੇਜਰੀਵਾਲ ਇਹ ਇਲਜ਼ਾਮ ਲਾਵੇ ਕਿ ਮੇਰੇ ਵਿਧਾਇਕਾਂ ਨੂੰ 20-20 ਕਰੋੜ ਦਿੱਤਾ ਜਾ ਰਿਹਾ। 40 ਵਿਧਾਇਕਾਂ ਦੇ ਕੋਲ ਸੰਪਰਕ ਕੀਤਾ ਗਿਆ। ਕੱਲ੍ਹ ਨੂੰ ਉਹਨਾਂ ਨੇ ਫਿਰ ਇੱਕ ਦਿਨ ਦਾ ਪ੍ਰਸਤਾਵ ਪੇਸ਼ ਕਰਨ ਵਾਸਤੇ ਇਕਜੁੱਟਤਾ ਦਾ ਸੈਸ਼ਨ ਰੱਖਿਆ। ਕੀ ਹੁੰਦਾ ਕੱਲ੍ਹ ਪਤਾ ਲੱਗੇਗਾ। ਲੇਕਿਨ ਲੋਕਾਂ ਦੇ ਚੁਣੇ ਹੋਇਆਂ ਨੂੰ ਜੇ ਤੁਸੀਂ ਪੁੱਠੇ ਸਿੱਧੇ ਤਰੀਕੇ ਨਾਲ, ਉਹ ਲੋਕਤੰਤਰ ਲਈ ਖਤਰਾ ਹੈ। ਰਮੰਨਾ ਸਾਹਿਬ ਨੇ ਜਿਹੜੀਆਂ ਗੱਲਾਂ ਕੀਤੀਆਂ, ਉਹਦੇ ਵਿੱਚ ਸਭ ਤੋਂ ਅਹਿਮ ਲਖੀਮਪੁਰ ਖੀਰੀ ਹੈ। ਨਹੀਂ, ਮੋਦੀ ਸਾਹਿਬ ਦੇ ਜੋਗੀ ਦਿੱਤਿਆਨਾਥ ਨੇ ਜੋ ਚੰਦ ਚੜਾਉਣਾ ਸੀ, ਉਹਦਾ ਚੜਾਤਾ। ਉਦੋਂ ਜ਼ਮਾਨਤਾਂ ਵੀ ਹੋ ਗਈਆਂ ਸੀ, ਪਰ ਮਾਨਯੋਗ ਅਦਾਲਤ ਨੇ ਜਦੋਂ ਇਹਦੇ ਵਿੱਚ ਆਪਣਾ ਡੰਡਾ ਦਿਖਾਇਆ, ਜੇ ਅੱਜ ਅਜੇ ਮਿਸ਼ਰਾ ਟੈਣੀ ਦਾ ਮੁੰਡਾ ਆਸ਼ੀਸ਼ ਮਿਸ਼ਰਾ
ਜੇਲ੍ਹ ਦੇ ਵਿੱਚ ਹੈ ਤਾਂ ਉਹ ਮੁੱਖ ਜੱਜ NB ਰਮन्ना ਸਾਹਿਬ ਦੀ ਭੂਮਿਕਾ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਮੈਂ ਬਹੁਤ ਦਾਅਵੇ ਨਾਲ ਕਹਾਂਗਾ ਕਿ NB ਰਮन्ना ਸਾਹਿਬ ਵਰਗੀਆਂ ਸ਼ਖਸੀਅਤਾਂ ਬਹੁਤ ਬਿਰਲਿਆਂ ਥਾਵਾਂ ਤੋਂ ਹੀ ਲੱਭਦੀਆਂ ਨੇ, ਤੇ ਜੇ ਉਹ ਇਸ ਥਾਂ ਤੇ ਨਾ ਹੁੰਦੇ ਹੋ ਸਕਦਾ ਹੈ ਇਹ ਸਾਰਾ ਕੁਝ ਹੋਰ ਹੀ ਹੁੰਦਾ। ਸੋ ਉਹਨਾਂ ਦੀ ਥਾਂ ਦੇ ਉੱਤੇ ਹੁਣ ਉਦੇ ਉਮੇਸ਼ ਲਲਿਤ ਜੂ ਲਲਿਤ ਸਾਡੇ 49ਵੇਂ ਮੁੱਖ ਜੱਜ ਬਣੇ ਨੇ, ਜਿਨ੍ਹਾਂ ਨੂੰ ਕੱਲ੍ਹ ਹੀ ਦੇਸ਼ ਦੇ ਰਾਸ਼ਟਰਪਤੀ द्रौपदी मुर्मू ने ਸਹੁੰ ਚੁਕਾਈ ਹੈ। ਉਸ ਵੇਲੇ ਉੱਥੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਸਾਹਿਬ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹੋਰ ਬਹੁਤ ਸਾਰੀਆਂ ਸ਼ਖਸੀਅਤਾਂ ਹਾਜ਼ਰ ਸਨ। ਰਮन्ना ਸਾਹਿਬ ਨੂੰ ਜਦੋਂ ਉੱਥੋਂ ਵਿਦਾਇਗੀ ਪਾਰਟੀ ਦਿੱਤੀ ਗਈ ਤਾਂ ਸੋਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਵੀ ਕਿਹਾ ਕਿ ਇਹਨਾਂ ਦਾ ਕੰਮ ਬਹੁਤ ਕਾਬਲੇ ਤਾਰੀਫ ਸੀ। ਪੰਜਾਬ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵਿਕਾਸ ਸਿੰਘ, ਉਹਨਾਂ ਨੇ ਕਿਹਾ ਕਿ ਇਹਨਾਂ ਦਾ ਇਤਿਹਾਸਕ ਰਹੇਗਾ ਔਰ ਜਿਨ੍ਹਾਂ ਨੇ ਕਦੇ ਵੀ ਇਨਸਾਫ ਦੇ ਮਾਮਲੇ ਵਿੱਚ ਕੋਈ ਸਮਝੌਤਾ ਨਹੀਂ ਕੀਤਾ। ਇੱਥੋਂ ਤੱਕ ਕਿ ਸੀਨੀਅਰ ਵਕੀਲ ਕਪਿਲ ਸਿੱਬਲ ਜਿਹੜੇ ਕਾਂਗਰਸ ਨਾਲ ਸੰਬੰਧਿਤ ਨੇ, ਉਹਨਾਂ ਨੇ ਵੀ ਆਪਣੀ ਟਿੱਪਣੀ ਕੀਤੀ ਕਿ ਇਹ ਬਹੁਤ ਬਾਕਮਾਲ ਜੱਜ ਹੋ ਨਿਬੜੇ ਨੇ। ਮੇਰਾ ਖਿਆਲ ਹੈ ਕਿ ਬਹੁਤ ਬਿਰਲੇ ਹੁੰਦੇ ਨੇ ਜਿਨ੍ਹਾਂ ਦੇ ਕਾਰਜਕਾਲ ਦੇ ਸੰਬੰਧ ਵਿੱਚ ਸਾਰੀਆਂ ਵਿਰੋਧੀ ਪਾਰਟੀਆਂ ਤੇ ਹੁਕਮਰਾਨ ਪਾਰਟੀਆਂ ਇਹ ਗੱਲ ਸਾਂਝੇ ਰੂਪ 'ਚ ਕਹਿਣ ਕਿ NB ਰਮन्ना ਸਾਹਿਬ ਦਾ ਜਿਹੜਾ ਕਾਰਜਕਾਲ ਸੀ ਉਹ ਬਾਕਮਾਲ ਹੋ ਨਿਬੜਿਆ। ਜੀ, ਗੱਲ ਕੀਤੀ ਜਾਵੇ ਲੰਪੀ ਸਕਿਨ ਬਿਮਾਰੀ ਦੀ, ਜਿਸ ਨਾਲ ਪਸ਼ੂ ਕਾਫੀ ਪ੍ਰਭਾਵਿਤ ਹੋਏ ਨੇ। 8 ਸੂਬਿਆਂ ਦੇ ਵਿੱਚ ਲੰਪੀ ਸਕਿਨ ਕਾਫੀ ਪ੍ਰਭਾਵਿਤ ਹੋਈ ਹੈ। ਦੇਖਿਆ ਜਾ ਰਿਹਾ ਕਿ ਕਿਸ ਤਰੀਕੇ ਦੇ ਨਾਲ ਪਸ਼ੂ ਇਸ ਦੀ ਲਪੇਟ ਦੇ ਵਿੱਚ ਆ ਰਹੇ ਨੇ ਅਤੇ ਮੌਤ ਦੇ ਮੂੰਹ ਦੇ ਵਿੱਚ ਜਾ ਰਹੇ ਨੇ। ਇਹਦੇ ਵਿੱਚ ਕੋਈ ਸ਼ੱਕ ਨਹੀਂ ਜੀ ਕਿ ਜਿਹੜੇ ਇਹ ਲੰਪੀ ਸਕਿਨ 8 ਰਾਜਾਂ ਦੇ ਵਿੱਚ ਹੈ, ਉਹਨਾਂ 8 ਰਾਜਾਂ ਦੇ ਵਿੱਚੋਂ ਜੋ ਸਭ ਤੋਂ ਵੱਧ ਕੇਸ ਹੈ ਉਹ ਪੰਜਾਬ ਦੇ ਵਿੱਚ ਹੈ। ਇੱਕ ਦਵਾਈ ਆਈ ਹੈ, ਅੱਜ ਹੀ ਉਹਦਾ ਖੁਲਾਸਾ ਹੋਇਆ ਹੈਗਾ ਕਿ ਉਸ ਦਵਾਈ ਕਾਰਨ ਜਿਹੜਾ ਹੈਗਾ ਕਾਫੀ ਹੱਦ ਤੱਕ ਉਹਦਾ ਪ੍ਰਭਾਵ ਹੈ ਪਸ਼ੂਆਂ ਦੇ ਉੱਤੇ। ਤੇ ਇਹ ਦਵਾਈ ਦਾ ਨਾਂ ਹੈਗਾ, ਮੇਰਾ ਖਿਆਲ ਉਹ ਜਿੱਥੇ ਵੀ ਦਿੱਤੀ ਗਈ ਹੈ ਉਹ ਕਹਿੰਦੇ ਕਿ ਉਹ ਕਾਫੀ ਪ੍ਰਭਾਵਿਤ ਰਹੀ ਹੈ। ਇਹਦਾ ਐਲਪਰੋ ਸੌਕਸ਼ਮ ਦਵਾਈ ਦਾ ਨਾਂ ਆ। ਦੂਜਾ 8 ਰਾਜਾਂ ਦੇ ਵਿੱਚੋਂ ਸਭ ਤੋਂ ਵੱਧ ਜੇ ਕੋਈ ਪ੍ਰਭਾਵਿਤ ਸੂਬਾ ਹੈਗਾ ਉਹ ਪੰਜਾਬ ਹੈ। ਪੰਜਾਬ ਦੇ ਵਿੱਚ ਇਹ ਸਭ ਤੋਂ ਵੱਧ ਹੋਈ ਹੈ। ਇਹਦੇ ਵਿੱਚ ਸਰਕਾਰ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਇਸੇ ਤਰ੍ਹਾਂ ਜਿਹੜਾ ਅਫਰੀਕਨ ਸਵਾਈਨ ਬੁਖਾਰ ਹੈ ਉਹਦੇ ਵੀ ਬਹੁਤ ਸਾਰੇ ਪੇਂਡੂ ਖੇਤਰਾਂ ਦੇ ਵਿੱਚ, ਸ਼ਹਿਰੀ ਖੇਤਰਾਂ ਦੇ ਵਿੱਚ ਸੂਰਾਂ ਨੂੰ ਤੁਰੰਤ ਮਾਰਨ ਦੇ ਹੁਕਮ ਜਾਰੀ ਕੀਤੇ ਗਏ ਨੇ ਕਿ ਇਸ ਤੋਂ ਕਿਤੇ ਅੱਗੇ ਨਾ ਵੱਧ ਜਾਵੇ। ਜਿਸ ਤਰੀਕੇ ਦੇ ਨਾਲ ਇਹ ਵੱਧ ਰਹੀ ਹੈ ਸਾਨੂੰ ਸਮਝਣਾ ਚਾਹੀਦਾ ਕਿ ਅਗਲੇ ਸਮੇਂ ਦੇ ਵਿੱਚ ਇਸ ਨੂੰ ਤੁਰੰਤ ਕਾਬੂ ਪਾਉਣ ਲਈ ਕਿਤੇ ਇਹ ਨਾ ਹੋਵੇ ਕਿ ਇਹ ਮੁੜ ਕੇ ਪਸ਼ੂਆਂ ਦੀ ਥਾਂ ਤੇ ਮਨੁੱਖਤਾ ਦੇ ਵਿੱਚ ਵੀ ਭਾਰੂ ਪੈ ਜਾਵੇ। ਜੀ ਢਿੱਲੋਂ ਜੀ, ਤੁਹਾਡਾ ਬਹੁਤ ਸ਼ੁਕਰੀਆ ਜੀ। ਮਿਹਰਬਾਨੀ ਜੀ। ਇਹ ਸਨ ਜਸਪਾਲ ਸਿੰਘ ਢਿੱਲੋਂ ਜੀ, ਜਿਹਨੇ ਕਿ ਇਸ ਪੂਰੇ ਮੁੱਦੇ ਤੇ ਆਪਣੇ ਵਿਚਾਰ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਨੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਅਗਲੇ ਹਫ਼ਤੇ ਫਿਰ ਹਾਜ਼ਰ ਹੋਵਾਂਗੇ ਹਫ਼ਤੇ ਭਰ ਦੀਆਂ ਵੱਡੀਆਂ ਖਬਰਾਂ ਲੈ ਕੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ।